ਹੈਲੋ एवरीवन ਵੈਲਕਮ ਟੂ ਮਾਈ YouTube ਚੈਨਲ ਬ੍ਰਾਈਟ ਮਾਈਂਡ ਕਲਾਸਿਸ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਅੱਜ ਆਪਾਂ ਕਰਾਂਗੇ ਸ਼ੇਕਸਪੀਅਰ ਦੀ ਪਾਰਟ 2 ਸ਼ੇਕਸਪੀਅਰ ਦੀ ਕੋਟੇਸ਼ਨਸ ਦਾ ਪਾਰਟ 2 ਕਰਾਂਗੇ। ਇਸ ਤੋਂ ਪਹਿਲਾਂ ਅਸੀਂ ਪਾਰਟ 1 ਜਿਹੜਾ ਅਸੀਂ ਕਰ ਚੁੱਕੇ ਹਾਂ ਅਤੇ ਉਹ ਵੀਡੀਓ ਜਿਹੜੀ ਆ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਵੀਡੀਓ ਸੈਕਸ਼ਨ ਦੇ ਵਿੱਚ ਮਿਲ ਜਾਏਗੀ ਤਾਂ ਤੁਸੀਂ ਉਸਨੂੰ ਜ਼ਰੂਰ ਦੇਖ ਲੈਣਾ। ਔਰ ਇਹ ਜਿਹੜੀਆਂ ਕੋਟੇਸ਼ਨਸ ਨੇ ਸ਼ੇਕਸਪੀਅਰ ਦੀਆਂ ਹੀ ਨੇ ਔਰ ਇੰਪੋਰਟੈਂਟ ਕੋਟੇਸ਼ਨਸ ਨੇ ਜਿਹੜਾ ਪੇਪਰ ਦੇ ਵਿੱਚ ਆਉਣ ਦੇ ਪੂਰੇ ਚਾਂਸਿਸ ਨੇ ਅਤੇ ਇਹਨਾਂ ਦੇ ਵਿੱਚ ਇੰਪੋਰਟੈਂਟ ਕੋਟੇਸ਼ਨਸ ਵਿੱਚੋਂ ਹੀ ਕੁਐਸਚਨ ਹੈ ਜਿਹੜਾ ਉਹ ਪੁੱਛਿਆ ਜਾਂਦਾ ਆ। ਪਾਰਟ 1 ਦੇ ਵਿੱਚ ਅਸੀਂ ਕੀਤਾ ਸੀ, ਅੱਜ ਅਸੀਂ ਕਰਾਂਗੇ ਪਾਰਟ 2 ਦੇ ਵਿੱਚ। ਦੇਖੋ ਕਈ ਵਾਰ ਕੀ ਹੁੰਦਾ ਕਿ ਸਾਡੇ ਕੋਲ ਕੁਐਸਚਨਸ ਜਿਹੜੇ ਹੈਗੇ ਨੇ ਉਹ ਹੁੰਦੇ ਨੇ ਜ਼ਿਆਦਾ ਅਤੇ ਸਾਨੂੰ ਜ਼ਿਆਦਾ ਕਰਕੇ ਸਾਡੇ ਤੋਂ ਹੁੰਦੇ ਨਹੀਂ ਹੈ, ਠੀਕ ਹੈ। ਇਸ ਲਈ ਅਸੀਂ ਅੱਜ ਇਹਨਾਂ ਨੂੰ ਥੋੜ੍ਹਾ ਕਰਕੇ ਪਾਰਟ ਦੇ ਵਿੱਚ ਕੀਤਾ ਸੀਗਾ ਅਤੇ ਪਿਛਲੀ ਜਿਹੜੀ ਹੈਗੀਆਂ ਨੇ ਕੋਟੇਸ਼ਨਸ ਮੈਂ ਬਹੁਤ ਵਧੀਆ ਤਰੀਕੇ ਨਾਲ ਕਰਾਈਆਂ ਸੀ। ਥੋੜ੍ਹੀਆਂ ਜਿਹਾ ਇਹਨਾਂ ਨੂੰ ਲਿੰਕ ਕਰਕੇ ਕਰਾਇਆ ਸੀਗਾ, ਇਹਨਾਂ ਦਾ ਮੀਨਿੰਗ ਨਹੀਂ ਸੀ ਦੱਸਿਆ। ਮੀਨਿੰਗ ਇਹਨਾਂ ਦਾ ਅਗਰ ਆਪਾਂ ਕਰਾਂਗੇ ਤਾਂ ਬਹੁਤ ਡਿਟੇਲ ਦੇ ਵਿੱਚ ਚਲੇ ਜਾਵਾਂਗੇ ਜੋ ਸਾਨੂੰ ਨੀਡ ਨਹੀਂ ਹੈ। ਸਾਨੂੰ ਸਿਰਫ ਇੰਨਾ ਪਤਾ ਹੋਣਾ ਚਾਹੀਦਾ ਕਿ ਕਿਹੜੀ ਕੋਟੇਸ਼ਨ ਕਿਹੜੀ ਵਰਕ ਦੇ ਵਿੱਚ ਹੈਗੀ ਆ ਅਤੇ ਕਿਹੜੇ ਰਾਈਟਰ ਦੇ ਨਾਲ ਰਿਲੇਟ ਕਰਦੀ ਆ, ਸਿਰਫ ਸਾਨੂੰ ਇੰਨਾ ਪਤਾ ਹੋਣਾ ਚਾਹੀਦਾ। ਸੋ ਮੀਨਿੰਗ ਦੇ ਉੱਪਰ ਨਾ ਜਾਣਾ। ਕਈ ਵਾਰ ਕੀ ਹੁੰਦਾ ਕਿ ਮੈਂ ਕੁਛ ਇੱਦਾਂ ਦੀ ਚੀਜ਼ ਬੋਲੀ ਹੋਊਗੀ ਤੁਸੀਂ ਉਹ ਸਮਝ ਲਓ ਕਿ ਸ਼ਾਇਦ ਮੈਮ ਨੇ ਮੀਨਿੰਗ ਕਰਵਾਇਆ ਹੋਊਗਾ, ਪਰ ਉਹ ਮੀਨਿੰਗ ਨਹੀਂ ਹੋਏਗਾ। ਉਹ ਹੋਏਗਾ ਸਿਰਫ ਅਤੇ ਸਿਰਫ ਰਿਲੇਟ ਕੀਤੀ ਹੋਊਗੀ, ਉਹਨੂੰ ਕੋਟੇਸ਼ਨ ਨੂੰ ਲਿੰਕ ਕੀਤਾ ਹੋਊਗਾ ਵੀ ਬਸ ਇਸ ਕੀਵਰਡਸ ਦੇ ਨਾਲ ਆਈਡੈਂਟੀਫਾਈ ਕਰਨਾ ਹੋਊਗਾ, ਠੀਕ ਹੈ। ਚਲੋ ਹੁਣ ਅਸੀਂ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਵੀਡੀਓ ਨੂੰ ਸਟਾਰਟ ਕਰਦੇ ਹਾਂ। ਇਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕੁਐਸਟ ਹੈ ਕਿ ਜਿਹੜੇ ਬੱਚੇ ਨਿਊ ਨਹੀਂ ਜਾਂ ਇਸ ਚੈਨਲ 'ਤੇ ਵੀਡੀਓ ਨੂੰ ਬਾਅਦ 'ਚੋਂ ਦੇਖਣਗੇ ਜਾਂ ਨਵੇਂ ਜੁੜਨਗੇ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ, ਠੀਕ ਹੈ। ਇਹ ਤੁਹਾਡੇ ਲਈ ਮਾਸਟਰ ਕੈਡਰ ਦੇ ਲਈ ਹੀ ਬਣਿਆ ਹੋਇਆ ਅਤੇ ਇਹਦੇ ਵਿੱਚ ਸਿਰਫ ਇੰਪੋਰਟੈਂਟ ਹੀ ਕਰਵਾਏ ਜਾਣਗੇ ਜਿਹੜੇ ਸਾਡੇ ਐਗਜ਼ਾਮ ਦੇ ਵਿੱਚ ਪੁੱਛੇ ਜਾਣ ਦੇ ਪੂਰੇ ਚਾਂਸਿਸ ਨੇ। ਚਲੋ ਹੁਣ ਅਸੀਂ ਸਟਾਰਟ ਕਰਦੇ ਹਾਂ। ਨੀਦਰ ਅ ਬਾਰਬਰ ਨੋਰ ਅ ਲੈਂਡਰ। ਦੇਖੋ ਨੀਦਰ ਏ ਲੈਂਡਰ ਨੋਰ ਬਾਰਬਰ ਨੋਰ ਅ ਲੈਂਡਰ ਦਾ ਮਤਲਬ ਇਹੀ ਹੈ, ਇਹਦਾ ਮਤਲਬ ਇਹ ਹੈ ਇਸ ਕੋਟੇਸ਼ਨ ਦਾ ਕਿ ਨਾ ਉਧਾਰ ਲਓ ਅਤੇ ਨਾ ਉਧਾਰ ਦਿਓ। ਨਾ ਮੈਂ ਉਧਾਰ ਲੈ ਰਿਹਾ ਹਾਂ ਨਾ ਮੈਂ ਉਧਾਰ ਦਿੰਦਾ। ਤਾਂ ਇਹ ਪੋਲੋਨੀਅਸ ਕਹਿੰਦਾ। ਪੋਲੋਨੀਅਸ ਕਿਹਦੇ ਵਿੱਚ ਹੁੰਦਾ? ਹੈਮਲੇਟ ਦੇ ਵਿੱਚ। ਹੈਮਲੇਟ ਦੇ ਵਿੱਚ ਪੋਲੋਨੀਅਸ ਹੁੰਦਾ ਕੌਣ ਹੈ? ਪੋਲੋਨੀਅਸ ਹੁੰਦਾ ਹੈਮਲੇਟ ਦੀ ਜਿਹੜੀ ਬਿਲਵਡ ਹੁੰਦੀ ਹੈ ਨਾ ਓਫੀਲੀਆ, ਉਹਦਾ ਹੀ ਹੁੰਦਾ ਫਾਦਰ, ਠੀਕ ਹੈ। ਲਾਈਟੋਟਸ ਦਾ ਫਾਦਰ ਹੁੰਦਾ ਹੈ। ਓਫੀਲੀਆ ਔਰ ਲਾਈਟੋਟਸ ਕੀ ਹੁੰਦੇ ਨੇ? ਆਪਸ 'ਚ ਬ੍ਰਦਰ ਸਿਸਟਰ ਹੁੰਦੇ ਨੇ ਔਰ ਪੋਲੋਨੀਅਸ ਦੇ ਕੀ ਹੁੰਦੇ ਨੇ? ਦੋਨੋਂ ਬੱਚੇ ਹੁੰਦੇ ਨੇ ਜਿਨ੍ਹਾਂ ਦੇ ਵਿੱਚੋਂ ਪੋਲੋਨੀਅਸ ਜਿਹੜਾ ਹੈਮਲੇਟ ਹੈ ਓਫੀਲੀਅਨ ਕੀ ਕਰਦਾ ਹੁੰਦਾ? ਪਿਆਰ ਕਰਦਾ ਹੁੰਦਾ। ਸੋ ਇਹ ਕੋਟੇਸ਼ਨ ਉਹਦੇ ਵਿੱਚ ਹੀ ਆਉਂਦੀ ਹੈ ਕਿ ਨਾ ਉਧਾਰ ਲਓ ਨਾ ਦਿਓ। ਤਾਂ ਹੈਮਲੇਟ ਦੇ ਵਿੱਚ ਕੌਣ ਬੋਲਦਾ ਹੈ? ਸਪੋਕਨ ਬਾਈ ਪੋਲੋਨੀਅਸ। ਨੈਕਸਟ ਹੈ ਕਸਟ ਬੀ ਦੈਟ ਮੂਵ ਮਾਈ ਬੋਨਸ। ਦੇਖੋ ਬੋਨਸ ਇਹ ਸ਼ੇਕਸਪੀਅਰ ਦੀ ਗ੍ਰੇਵ ਦੇ ਉੱਪਰ ਲਿਖੇ ਗਏ ਵਰਡਸ ਨੇ। ਤਾਂ ਕਈ ਵਾਰ ਸਾਨੂੰ ਕੁਐਸਚਨ ਆ ਜਾਂਦਾ ਹੈਗਾ ਕਿ ਜਿਹੜੀ ਕਸਟ ਹੈ ਜਾਂ ਬੋਨ ਮੂਵ ਮਾਈ ਬੋਨਸ ਹੈ ਇਹ ਕਿਹੜੀ ਕੋਟੇਸ਼ਨ ਹੈ, ਕਿਸ ਤਰ੍ਹਾਂ ਦੀ? ਸਾਨੂੰ ਕਈ ਵਾਰ ਕੋਟੇਸ਼ਨਸ ਦੇ ਵਿੱਚ ਵਰਕ ਆਈਡੈਂਟੀਫਿਕੇਸ਼ਨ ਕਰਨਾ ਪੈ ਜਾਂਦਾ ਤਾਂ ਸਾਨੂੰ ਪਤਾ ਹੋਵੇ ਕਿ ਜੇਕਰ ਇਹ ਕੋਟੇਸ਼ਨ ਇੱਥੇ ਕਸਟ ਪੁੱਛੀ ਗਈ ਹੈ ਤਾਂ ਪਤਾ ਹੋਵੇ ਕਿ ਗ੍ਰੇਵ ਹੈ। ਅਗਰ ਕੁਐਸਚਨ ਦੇ ਵਿੱਚ ਗ੍ਰੇਵ ਪੁੱਛੀ ਹੈ ਤਾਂ ਫਿਰ ਸਾਡੀ 3 ਆਪਸ਼ਨ ਆ ਜਾਏਗੀ, ਠੀਕ ਹੈ। ਤਾਂ ਇਸ ਤਰ੍ਹਾਂ ਇਹ ਕੋਟੇਸ਼ਨ ਹੈਗੀ ਹੈ ਬਸਟ ਬਾਏ ਮਾਈ ਲਵ ਬੋਨਸ। ਬੋਨਸ ਕਿਹਦੇ ਵਿੱਚ ਆਉਂਦੀਆਂ ਨੇ? ਗ੍ਰੇਵ 'ਚ ਹੁੰਦੀਆਂ ਨੇ ਨਾ। ਤਾਂ ਗ੍ਰੇਵ ਕਿਹਦੀ ਹੈਗੀ ਹੈ? ਸ਼ੇਕਸਪੀਅਰ ਦੀ, ਠੀਕ ਹੈ। ਨੈਕਸਟ ਹੈ ਟੂ ਬੀ ਔਰ ਨੋਟ ਟੂ ਬੀ। ਇਹ ਸਾਨੂੰ ਸਿੱਧੀ ਪਤਾ ਹੈ ਕਿ ਹੈਮਲੇਟ ਦੀ ਹੈ। ਉਹ ਕਹਿੰਦਾ ਜਦੋਂ ਕਲੌਡੀਅਸ ਤੋਂ ਉਹਨੇ ਬਦਲਾ ਲੈਣਾ ਹੁੰਦਾ, ਜਦੋਂ ਉਹਨੂੰ ਸੱਚਾਈ ਪਤਾ ਲੱਗਦੀ ਹੈ ਕਿ ਉਹਦੇ ਫਾਦਰ ਦਾ ਮਰਡਰ ਕਲੌਡੀਅਸ ਨੇ ਹੀ ਕੀਤਾ ਤਾਂ ਫਿਰ ਉਹ ਫਿਰ ਸੋਚਦਾ ਹੈ ਕਿ ਮੈਂ ਆਪਣੇ ਚਾਚੇ ਤੋਂ ਬਦਲਾ ਲਵਾਂ ਜਾਂ ਨਾ ਲਵਾਂ, ਕਿ ਮੈਂ ਉਹਦੇ ਤੋਂ ਇਹ ਕੰਮ ਕਰਾਂ ਜਾਂ ਨਾ ਕਰਾਂ, ਠੀਕ ਹੈ। ਤਾਂ ਇਹ ਹੈਮਲੇਟ ਖੁਦ ਦੀ ਹੀ ਕੋਟੇਸ਼ਨ ਹੈ ਅਤੇ ਸੋਚਦਾ ਮਨ ਹੀ ਮਨ ਕਿ ਟੂ ਬੀ ਔਰ ਨੋਟ ਟੂ ਬੀ, ਠੀਕ ਹੈ। ਨੈਕਸਟ ਹੈ ਆਲ ਦ ਵਰਡ ਇਜ਼ ਅ ਸਟੇਜ। ਕਹਿੰਦੇ ਇਹ ਵਰਡ ਜਿਹੜੀ ਸਟੇਜ ਹੈ ਨਾ ਇਹ ਇੰਪੋਰਟੈਂਟ ਬਹੁਤ ਹੈ, ਬਹੁਤ ਵੈਰੀ ਇੰਪੋਰਟੈਂਟ ਕੋਟੇਸ਼ਨ ਹੈ। ਇਹਨੂੰ ਤਾਂ ਕਹਿ ਲਓ ਵੀ ਜਿਵੇਂ ਇੱਕ ਬਹੁਤ ਸਾਰੇ ਸਟਾਰਸ ਲਾ ਕੇ ਰੱਖ ਸਕਦੇ ਹੋ, ਠੀਕ ਹੈ। 100 ਸਟਾਰ ਲਾ ਲਓ, ਠੀਕ ਹੈ। ਮਤਲਬ ਇੰਨੀ ਜ਼ਿਆਦਾ ਇੰਪੋਰਟੈਂਟ ਹੈ ਅਤੇ ਹੋਰ ਇਹ ਵੈਰੀ ਈਜ਼ੀ ਆ। ਕਹਿੰਦੇ ਇਹਦਾ ਮਤਲਬ ਇਹ ਹੈ ਆਲ ਦਾ ਵਰਡ ਸਟੇਜ ਐਂਡ ਇਹ ਫੁੱਲ ਕੋਟੇਸ਼ਨ ਮੈਂ ਬੋਲ ਦਿੰਦੀ ਹਾਂ ਆਲ ਦਾ ਵਰਡ ਸਟੇਜ। ਅਗਰ ਤੁਹਾਨੂੰ ਵਰਡ ਸਟੇਜ ਤੋਂ ਪਤਾ ਲੱਗਦਾ ਨਾ ਤਾਂ ਤੁਹਾਨੂੰ ਪਤਾ ਹੈ ਕਿ ਸਿੱਧਾ ਤੁਸੀਂ ਕਿੱਧਰ ਜਾਣਾ? ਐਜ਼ ਯੂ ਲਾਈਕ ਇਟ ਵੱਲ ਚਲੇ ਜਾਣਾ। ਕਹਿੰਦੇ ਇਹਦੇ ਵਿੱਚ ਕੀ ਹੁੰਦਾ ਹੈ, ਮੈਂ ਤੁਹਾਨੂੰ ਪੂਰੀ ਕੋਟੇਸ਼ਨ ਦੱਸ ਦਿੰਦੀ ਹਾਂ। ਆਲ ਦਾ ਵਰਡ ਸਟੇਜ
and all the men and women merely players, they have their exit and their entrance। ਇਹਦਾ ਮਤਲਬ ਇਹ ਹੈ ਕਿ ਵਰਡ ਹੈ ਜਿਹੜਾ ਨਾ ਇੱਕ ਸਟੇਜ ਹੈ, ਮੈਨਸ ਵੀ ਆਉਣਗੇ ਔਰ ਵੀਮੈਨਸ ਵੀ। ਇੱਥੇ ਹਰ ਇੱਕ ਬੰਦਾ ਆਪਣੀ ਗੇਮ ਖੇਡ ਰਿਹਾ, ਇੱਕ ਬੰਦਾ ਆਏਗਾ ਪਲੇ ਕਰੇਗਾ, ਵੀਮਨ ਵੀ ਕਰ ਰਹੇ ਨੇ, ਵੀਮੈਨਸ ਵੀ ਕਰ ਰਹੇ ਨੇ, ਠੀਕ ਹੈ। ਦੋ ਹੀ ਹੈ ਨਾ, ਮੈਨ ਐਂਡ ਵੀਮਨ। ਮੈਨ ਦੇ ਵਿੱਚ ਬੱਚੇ ਵੀ ਆ ਜਾਣਗੇ, ਵੀਮਨ ਦੇ ਵਿੱਚ ਗਰਲਸ ਵੀ ਆ ਜਾਣਗੀਆਂ, ਸਾਰੇ ਆ ਜਾਣਗੇ, ਠੀਕ ਹੈ। ਓਲਡ ਲੇਡੀਜ਼ ਵੀ ਆ ਜਾਣਗੀਆਂ, ਇਹਦੇ ਵਿੱਚ ਓਲਡ ਮੈਨ ਵੀ ਆ ਜਾਣਗੇ। ਤਾਂ ਮਤਲਬ ਇਹਦੇ ਵਿੱਚ ਕੀ ਹੈ, ਦੋ ਬੰਦੇ ਪਲੇ ਕਰ ਰਹੇ ਨੇ ਸਟੇਜ ਦੇ ਉੱਪਰ। ਉਹ ਕੌਣ ਨੇ? ਮੈਨ ਅਤੇ ਵੀਮੈਨ, ਠੀਕ ਹੈ। ਉਹ ਕਹਿੰਦੇ ਵੀ ਆ ਰਹੇ ਨੇ, ਕੋਈ ਜਾ ਰਿਹਾ ਹੈ, ਠੀਕ ਹੈ। ਕੋਈ ਆ ਰਿਹਾ ਹੈ ਅਤੇ ਕੋਈ ਜਾ ਰਿਹਾ ਹੈ ਇਸ ਸਟੇਜ ਦੇ ਉੱਪਰ। ਤਾਂ ਕਹਿੰਦੇ ਵੀ ਇਹ ਆਪਣੀ ਤੋਂ ਪਸੰਦ ਤਾਂ ਨਹੀਂ ਹੈਗੀ, ਪਰ ਇਹ ਕਹਿੰਦੇ ਵੀ ਇੱਕ ਸਟੇਜ ਹੈ ਨਾ ਜਿਹੜਾ, ਇਹ ਸਾਰਿਆਂ ਨੂੰ ਪਸੰਦ ਹੈ, ਠੀਕ ਹੈ। ਵੀ ਕੋਈ ਆ ਰਿਹਾ, ਕੋਈ ਜਾ ਰਿਹਾ, ਤਾਂ ਕੌਣ ਇੱਕ ਜਗ੍ਹਾ 'ਤੇ ਤੁਸੀਂ ਬੈਠੇ ਰਹੋ ਤਾਂ ਕੌਣ ਪਸੰਦ ਕਰੇਗਾ? ਨਹੀਂ ਕਰੇਗਾ ਨਾ। ਜਦੋਂ ਕੋਈ ਆਏਗਾ ਜਾਏਗਾ, ਕੋਈ ਸਟੇਜ ਸ਼ੋਅ ਆਪਾਂ ਦੇਖਦੇ ਹਾਂ, ਮੰਨ ਲਓ ਕੋਈ ਵੀ ਸ਼ੋਅ ਦੇਖਦੇ ਹਾਂ, ਤਾਂ ਉਹਦੇ ਵਿੱਚ ਆਪਣੀ ਪਸੰਦ ਨਾ, ਵੀ ਆ ਰਿਹਾ ਅਤੇ ਕੋਈ ਜਾ ਰਿਹਾ ਹੈ ਨਾ, ਆਪਣੀ ਆਪਣੀ ਪਸੰਦ ਨੂੰ। ਕਿਸੇ ਨੂੰ ਪਸੰਦ ਹੈ ਤਾਂ ਉਹ ਦੇਖ ਰਿਹਾ, ਕੋਈ ਨੂੰ ਨਹੀਂ ਪਸੰਦ ਤਾਂ ਮਤਲਬ ਉਹ ਜਾ ਰਿਹਾ ਹੈ। ਕੋਈ ਆਪਣਾ ਸ਼ੋਅ ਪੂਰਾ ਕਰਕੇ ਜਾ ਰਿਹਾ, ਕੋਈ ਆਪਣਾ ਸ਼ੋਅ ਅਧੂਰਾ ਛੱਡ ਕੇ ਜਾ ਰਿਹਾ, ਠੀਕ ਹੈ। ਮਤਲਬ ਇਹਨੂੰ ਅਸੀਂ ਇੱਦਾਂ ਕਰਨਾ ਕਿ ਆਲ ਦਾ ਵਰਡ ਸਟੇਜ ਹੈ ਜਿਹੜੀ, ਉਹ ਐਜ਼ ਯੂ ਲਾਈਕ ਇਟ ਦੇ ਵਿੱਚ ਆਉਂਦੀ ਹੈ। ਉਸ ਤੋਂ ਬਾਅਦ ਆਉਂਦਾ ਹੈਗਾ ਆਰਟਿਸਟਿਕ ਫੇਲੀਅਰ, ਠੀਕ ਹੈ। ਆਰਟਿਸਟਿਕ ਫੇਲੀਅਰ ਹੈ ਜਿਹੜਾ, ਇੱਕ ਟਾਈਟਲ ਦਿੱਤਾ ਸੀ ਟੀ.ਐਸ. ਈਲੀਅਟ ਨੇ ਸ਼ੇਕਸਪੀਅਰ ਨੂੰ ਕਿਹਾ ਸੀਗਾ। ਅਤੇ ਟੀ.ਐਸ. ਈਲੀਅਟ ਨੂੰ ਸ਼ੇਕਸਪੀਅਰ ਨੇ ਟੀ.ਐਸ. ਈਲੀਅਟ ਨੇ ਸ਼ੇਕਸਪੀਅਰ ਨੂੰ ਕੀ ਕਿਹਾ ਸੀ? ਦੇਖੋ, ਟੀ.ਐਸ. ਈਲੀਅਟ ਹੀ ਕਹੇਗਾ ਨਾ, ਸ਼ੇਕਸਪੀਅਰ ਤਾਂ ਬਹੁਤ ਪਹਿਲੇ ਆ ਗਿਆ ਸੀਗਾ, ਠੀਕ ਹੈ। ਇਹ ਤਾਂ ਆ ਗਿਆ ਸੀ 1574 'ਚ ਆਇਆ ਸੀ, ਸੋਰੀ 64 'ਚ ਆ ਗਿਆ ਸੀਗਾ, ਠੀਕ ਹੈ। 64 'ਚ ਆ ਗਿਆ ਸੀ, ਪਰ 1616 ਦੇ ਵਿੱਚ ਚਲਾ ਗਿਆ ਸੀ। ਪਰ ਈਲੀਅਟ ਤਾਂ ਬਹੁਤ ਲੇਟ ਆਇਆ ਸੀ ਨਾ, ਤਾਂ ਫਿਰ ਕ੍ਰਿਟੀਸਾਈਜ਼ ਕੌਣ ਕਰੇਗਾ? ਸ਼ੇਕਸਪੀਅਰ ਥੋੜ੍ਹਾ ਕਰੇਗਾ, ਈਲੀਅਟ ਹੀ ਕਰੇਗਾ ਨਾ ਸ਼ੇਕਸਪੀਅਰ ਨੂੰ। ਤਾਂ ਹੁਣ ਕੀ ਕਹੇਗਾ? ਆਰਟਿਸਟਿਕ ਫੇਲੀਅਰ ਕਹੇਗਾ। ਕਿਹਨੂੰ ਕਿਹਾ ਸੀਗਾ? ਹੈਮਲੇਟ ਨੂੰ ਕਿਹਾ ਸੀਗਾ ਆਰਟਿਸਟਿਕ ਫੇਲੀਅਰ, ਠੀਕ ਹੈ। ਆਰਟਿਸਟਿਕ ਫੇਲੀਅਰ ਕਿਹਨੂੰ ਕਿਹਾ ਸੀਗਾ? ਹੈਮਲੇਟ ਨੂੰ ਕਿਹਾ ਸੀਗਾ। ਹੈਮਲੇਟ ਜਿਹੜਾ ਉਹਦਾ ਪਲੇ ਸੀਗਾ, ਉਹਨੂੰ ਕਿਹਾ ਸੀਗਾ ਆਰਟਿਸਟਿਕ ਫੇਲੀਅਰ ਸ਼ੇਕਸਪੀਅਰ ਦੇ। ਨੈਕਸਟ ਹੈ, ਇਫ ਮਿਊਜ਼ਿਕ ਬੀ ਦਾ ਫਾਊਂਡ ਆਫ ਲਵ ਐਂਡ ਪਲੇ ਔਨ। ਦੇਖੋ, ਕਹਿੰਦੇ ਮਿਊਜ਼ਿਕ ਹੈ, ਮਿਊਜ਼ਿਕ ਨੂੰ ਚੱਕ ਲਓ, ਫੂਡ ਆਫ ਲਵ ਨੂੰ ਚੱਕ ਲਓ, ਠੀਕ ਹੈ। ਇਹ ਚੱਕੋ, ਕਹਿੰਦੇ ਕੀ ਕਰਦੇ ਨਾ, 12th ਨਾਈਟ ਹੋ ਗਿਆ, ਇਹ 12th ਨਾਈਟ 'ਚ ਕਿਵੇਂ ਆਏਗਾ? ਦੇਖੋ, ਮਿਊਜ਼ਿਕ ਕਹਿੰਦੇ ਜਦੋਂ ਅਸੀਂ ਫੂਡ ਕਰਦੇ ਹਾਂ, ਡਿਨਰ ਕਰਦੇ ਹਾਂ, ਜਿਹੜਾ ਸਾਡਾ ਫੂਡ ਹੁੰਦਾ, ਡਿਨਰ ਹੁੰਦਾ, ਉਹ ਕਦੋਂ ਹੁੰਦਾ? ਨਾਈਟ ਨੂੰ ਹੁੰਦਾ ਨਾ, ਠੀਕ ਹੈ। ਕਹਿੰਦੇ ਨਾਈਟ ਨੂੰ, ਕਹਿੰਦੇ ਅਸੀਂ ਬਹੁਤ ਡਿਨਰ ਕਰਨ ਜਾਂਦੇ ਹਾਂ, ਤਾਂ ਉਹਦੇ ਵਿੱਚ ਕੀ ਸਾਡਾ ਤਾਂ ਹੀ ਸਾਨੂੰ ਵਧੀਆ ਲੱਗਦਾ ਨਾ, ਠੀਕ ਹੈ। ਜਦੋਂ ਉਹਦੇ ਵਿੱਚ ਬੈਕਗਰਾਊਂਡ 'ਤੇ ਕੀ ਹੋਵੇਗਾ? ਮਿਊਜ਼ਿਕ ਹੋਏਗਾ। ਮਿਊਜ਼ਿਕ ਹੋਏਗਾ ਤਾਂ ਸਾਨੂੰ ਕੀ ਹੋਏਗਾ? ਜਿਹੜਾ ਸਾਡਾ ਡਿਨਰ ਹੈ, ਉਹ ਜ਼ਿਆਦਾ ਫੂਡ ਹੈ ਜਿਹੜਾ, ਸਾਨੂੰ ਜ਼ਿਆਦਾ ਸਵਾਦ ਲੱਗੇਗਾ, ਠੀਕ ਹੈ। ਸਾਨੂੰ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ, ਸਾਡਾ ਮਨ ਹੈ ਜਿਹੜਾ ਖੁਸ਼ ਹੋਊਗਾ, ਠੀਕ ਹੈ। ਤਾਂ ਮਤਲਬ ਇਹਦੇ ਵਿੱਚ ਇਹੀ ਹੈ ਕਿ ਤੁਸੀਂ ਮਿਊਜ਼ਿਕ ਦਾ ਫੂਡ ਆਫ ਲਵ ਹੈ ਨਾ, ਤਾਂ ਤੁਸੀਂ ਰਾਤ ਨੂੰ ਅਗਰ ਡਿਨਰ ਕਰਨ ਜਾ ਰਹੇ ਹੋ ਨਾ, ਤਾਂ ਮਤਲਬ ਉਹਦੇ ਵਿੱਚ ਮਿਊਜ਼ਿਕ ਅਗਰ ਬੈਕਗਰਾਊਂਡ ਤੋਂ ਤੁਹਾਡੇ ਲਈ ਜ਼ਿਆਦਾ ਮਤਲਬ ਪਲੇ ਕਰੇਗਾ, ਤੁਹਾਨੂੰ ਮਤਲਬ ਖੁਸ਼ੀ ਦੇਵੇਗਾ, ਠੀਕ ਹੈ। ਇਹਦਾ ਮਤਲਬ ਇਹ ਹੈ। ਮਤਲਬ ਇਹਨੂੰ ਅਸੀਂ ਇੱਦਾਂ ਯਾਦ ਕਰ ਸਕਦੇ ਹਾਂ ਕਿ ਮਿਊਜ਼ਿਕ ਹੈ ਜਿਹੜਾ ਫੂਡ ਆਫ ਲਵ ਹੈ। ਫੂਡ ਆਫ ਲਵ ਕਦੋਂ ਕਰ ਰਹੇ ਹਾਂ ਅਸੀਂ? ਨਾਈਟ ਨੂੰ, 12th ਨਾਈਟ ਨੂੰ ਕਰ ਰਹੇ ਹਾਂ, ਠੀਕ ਹੈ। 12th ਨਾਈਟ ਨੂੰ ਕਰ ਰਹੇ ਹਾਂ, ਮਤਲਬ ਮਿਡ ਨਾਈਟ ਦੇ ਵਿੱਚ। ਮਿਡ ਨਾਈਟ ਕਦੋਂ ਹੁੰਦੀ ਹੈ? ਨਾਈਟ ਦੇ ਵਿੱਚ। ਅਤੇ ਨਾਈਟ ਨੂੰ ਜਦੋਂ ਲਾਈਟਨਿੰਗ ਵੀ ਹੋਏਗੀ, ਸੋਹਣੀ ਸੋਹਣੀ ਰੋਸ਼ਨੀਆਂ ਵੀ ਹੋਣਗੀਆਂ, ਮਿਊਜ਼ਿਕ ਵੀ ਚੱਲ ਰਿਹਾ ਹੋਊਗਾ, ਹੈ ਨਾ, ਅਸੀਂ ਵਧੀਆ ਸਵਾਦਿਸ਼ਟ ਫੂਡ ਵੀ ਲੈ ਰਹੇ ਹਾਂ, ਤਾਂ ਮਤਲਬ ਆਟੋਮੈਟਿਕਲੀ ਆਨੰਦ ਹੋ ਜਾਏਗਾ, ਠੀਕ ਹੈ। ਤਾਂ ਇਹ ਹੈ। ਨੈਕਸਟ ਹੈ, ਵਟ ਇਨ ਅ ਨੇਮ। ਵਟ ਇਨ ਅ ਨੇਮ, ਰੋਮੀਓ ਜੂਲੀਅਟ। ਕਹਿੰਦੇ ਤੇਰਾ ਨਾਮ, ਹੈ ਨਾ, ਤਾਂ ਰੋਮੀਓ ਜੂਲੀਅਟ ਦੇ ਵਿੱਚ ਆ ਜਾਂਦੀ। ਇਹ ਸਿੱਧੀ ਸਿੱਧੀ ਡਿਕਟੇਸ਼ਨ ਅਸੀਂ ਕਰਨੀ ਹੈ। ਨੇਮ, ਰੋਮੀਓ ਜੂਲੀਅਟ। ਇਟ ਟੂ ਬਰੂਟਸ, ਇਹ ਮੋਸਟ ਇੰਪੋਰਟੈਂਟ ਕੋਟੇਸ਼ਨ ਹੈ। ਇਟ ਟੂ ਬਰੂਟਸ ਹੈ ਛੋਟੀ, ਪਰ ਸਾਡੇ ਕਹਿੰਦੇ ਇਟ ਟੂ ਬਰੂਟਸ। ਇਹ ਬਰੂਟਸ ਕਦੋਂ ਕਹਿੰਦਾ ਹੈ? ਜਦੋਂ ਜੂਲੀਅਸ ਸੀਜ਼ਰ ਨੂੰ ਕੌਣ ਮਾਰਦਾ ਹੈ? ਸਭ ਤੋਂ ਪਹਿਲਾਂ ਸਟੈਬ ਕੀਤਾ ਕੌਣ ਕਰਦਾ ਹੈ? ਕਾਸਕਾ ਕਰਦਾ ਹੈ। ਫਸਟ ਸਟੈਬ ਕੌਣ ਕਰਦਾ ਹੈ? ਕਾਸਕਾ ਕਰਦਾ ਹੈ। ਜਦੋਂ ਕਾਸਕਾ ਕਰਦਾ ਹੈ, ਪਰ ਲਾਸਟ 'ਤੇ ਕੌਣ ਸਟੈਬ ਕਰਦਾ ਹੈ? ਬਰੂਟਸ ਕਰਦਾ। ਬਰੂਟਸ ਕੌਣ ਹੁੰਦਾ? ਜੂਲੀਅਸ ਸੀਜ਼ਰ ਦਾ ਕੀ ਹੁੰਦਾ? ਫਰੈਂਡ ਹੁੰਦਾ, ਠੀਕ ਹੈ ਜੀ। ਇਹ ਫਰੈਂਡ ਹੁੰਦਾ, ਤਾਂ ਫਿਰ ਇਹਦਾ ਫਰੈਂਡ ਹੀ ਇਹਨੂੰ ਕੀ ਕਰ ਦਿੰਦਾ? ਸਟੈਬ ਕਰਦਾ, ਮਤਲਬ ਚਾਕੂ ਮਾਰਦਾ, ਇਹਦੇ ਚਾਕੂ ਮਾਰ ਕੇ ਇਹਦੀ ਹੱਤਿਆ ਕਰ ਦਿੰਦਾ, ਮਰਡਰ ਕਰ ਦਿੰਦਾ ਵਾ। ਜਦੋਂ ਇਹਦਾ ਲਾਸਟ ਸਟੈਬ ਹੁੰਦਾ ਨਾ ਬਰੂਟਸ, ਤਾਂ ਫਿਰ ਇਹ ਜੂਲੀਅਸ ਜਿਹੜਾ ਹੁੰਦਾ ਇਹ ਬੋਲਦਾ ਹੈ, ਇਹ ਵਰਡਸ ਬੋਲਦਾ ਹੈ ਕਿ ਇਟ ਟੂ ਬਰੂਟਸ, ਕਿ ਬਰੂਟਸ ਤੂੰ ਨੇ ਵੀ, ਕਿ ਤੂੰ ਵੀ ਇੱਦਾਂ ਕਰਿਆ ਮੇਰੇ ਨਾਲ, ਕਿ ਤੂੰ ਤਾਂ ਮੇਰਾ ਫਰੈਂਡ ਸੀ, ਹੈ ਨਾ। ਤਾਂ ਇਹ ਉਦੋਂ ਜੂਲੀਅਸ ਸੀਜ਼ਰ ਦੇ ਵਿੱਚ ਕਿਹਾ ਜਾਂਦਾ ਹੈ। ਠੀਕ ਹੈ। ਨੈਕਸਟ ਹੈ, ਆਈ ਐਮ ਅ ਜੂ ਹਾਰਟ ਨਾਟ ਅ ਜੂ ਆਈਜ਼। ਕਹਿੰਦੇ ਇਹ ਜੂ ਆਈਜ਼ ਦੇ ਵਿੱਚ ਕਿਹਦੇ ਹੁੰਦੀ ਹੈ? ਸ਼ਾਇਲੋਕ ਕਹਿੰਦਾ।
ਮਰਚੈਂਟ ਆਫ ਵੈਨਿਸ। ਕਹਿੰਦੇ ਜੂ ਜਿਹੜੇ ਹੁੰਦੇ ਨੇ ਨਾ, ਜੂ ਇਹ ਕੌਣ ਕਰਨਗੇ, ਕੋਈ ਮਰਚੈਂਟ ਹੀ ਕਰੇਗਾ, ਠੀਕ ਹੈ ਨਾ। ਜੂ ਜੂ ਕੀ ਹੋਣਾ, ਜੂ ਕੌਣ ਦਾ ਕੌਣ ਕਰੇਗਾ, ਮਰਚੈਂਟ ਹੀ ਕਰੇਗਾ, ਕੋਈ ਮਰਚੈਂਟ ਆਫ ਵੈਨਿਸ, ਠੀਕ ਹੈ। ਪਰ ਸ਼ਾਇਲੋਕ ਹੁੰਦਾ ਇਹਦੇ ਵਿੱਚ, ਇਹ ਕੋਟੇਸ਼ਨ ਨੂੰ ਬੋਲਣ ਵਾਲਾ, ਸਪੋਕਨ ਬਾਈ ਸਪੋਕਨ ਬਾਈ ਸ਼ਾਇਲੋਕ। ਨੈਕਸਟ ਹੈ ਸੈਵਨ ਏਜਸ ਆਫ ਮੈਨ, ਏਜ ਯੂ ਲਾਈਕ ਇਟ ਦੇ ਵਿੱਚ ਜੈਕਸ ਦੀ ਸਪੀਚ ਹੈ। ਕਿਸ ਦੀ ਸਪੀਚ ਹੈ ਇਹ, ਜੈਕਸ ਦੀ ਸਪੀਚ ਹੈ। ਇਹ ਵੀ ਇੰਪੋਰਟੈਂਟ ਹੈ, ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਠੀਕ ਹੈ। ਇਹ ਵੀ ਕੀ ਹੈ, ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਵੈਰੀ ਇੰਪੋਰਟੈਂਟ ਹੈ ਇਹ ਕੋਟੇਸ਼ਨਸ। ਇੱਕ ਇਹ ਇੰਪੋਰਟੈਂਟ ਹੈ, ਇੱਕ ਆ ਇੰਪੋਰਟੈਂਟ ਹੈ, ਇਹ ਵੀ ਇੰਪੋਰਟੈਂਟ ਹੈ, ਇਹ ਵੀ ਇੰਪੋਰਟੈਂਟ ਹੈ, ਮਿਊਜ਼ਿਕਲੀ ਵੀ ਇੰਪੋਰਟੈਂਟ ਹੈ, ਠੀਕ ਹੈ। ਇਹ ਸਾਰੀਆਂ ਕੋਟੇਸ਼ਨਸ ਨੇ ਜਿਹੜੀਆਂ ਬਹੁਤ ਜ਼ਿਆਦਾ ਇੰਪੋਰਟੈਂਟ ਨੇ, ਬਟ ਆਪਾਂ ਕਰਾਂਗੇ ਸਾਰੀਆਂ, ਬਸ ਆਪਾਂ ਥੋੜ੍ਹੀਆਂ ਜਿਹੀਆਂ ਲਰਨ ਕੋਟ ਹੋ ਜਾਣ, ਠੀਕ ਹੈ। ਜਿਹੜੀਆਂ ਐਜ਼ ਇਟ ਇਜ਼ ਹੁੰਦੀਆਂ ਨੇ ਉਹਨਾਂ ਨੂੰ ਉੱਦਾਂ ਹੀ ਕਰ ਲਓ, ਜਿਹੜੀਆਂ ਥੋੜ੍ਹੀਆਂ ਕੋਡ ਵਰਡ 'ਚ ਹੁੰਦੀਆਂ ਨੇ ਕੋਡ ਵਰਡ 'ਚ ਕਰ ਲਓ, ਠੀਕ ਹੈ। ਤਾਂ ਇਸ ਤਰ੍ਹਾਂ, ਠੀਕ ਹੈ। ਨੈਕਸਟ ਹੈ ਜਿਵੇਂ ਹੁਣ ਮੰਨ ਲਓ ਜੀਯੂ ਵਾਲੀ ਕੀਤੀ ਸੀ, ਜੂ ਕੌਣ ਕਰੇਗਾ, ਜੂ ਮਰਚੈਂਟ ਹੀ ਹੋਣਗੇ, ਸ਼ਾਇਲੋਕ ਹੈ, ਠੀਕ ਹੈ। ਤਾਂ ਇਹ ਹੋ ਗਿਆ। ਸੈਵਨ ਏਜਸ ਆਫ ਮੈਨ ਦੇ ਵਿੱਚ ਕੀ ਹੋਏਗਾ, ਸੈਵਨ ਏਜਸ ਮੈਨ, ਕਿੰਨੀਆਂ, ਸੈਵਨ ਏਜਸ ਮੈਨ ਤਾਂ ਸਾਡੀ ਪਸੰਦ ਹੈ, ਠੀਕ ਹੈ। ਸੈਵਨ ਏਜਸ ਬੰਦੇ ਦੀਆਂ ਸਾਰਿਆਂ ਦੀ ਪਸੰਦ ਹੈ ਕਿ ਮੈਂ ਲੰਬੀ ਜ਼ਿੰਦਗੀ ਜੀ ਕੇ ਜਾਵਾਂ, ਠੀਕ ਹੈ। ਆਪਾਂ ਇਹਨੂੰ ਇੱਦਾਂ ਕੋਟ ਕਰ ਸਕਦੇ ਹਾਂ, ਠੀਕ ਹੈ। ਸੈਵਨ ਏਜਸ ਆਫ ਮੈਨ ਕਿ ਹਰ ਇੱਕ ਬੰਦਾ ਆਪਣੀ ਜ਼ਿੰਦਗੀ ਦੇ ਹਰ ਰੰਗ ਨੂੰ ਮੰਨਣਾ ਚਾਹੁੰਦਾ ਹੈ, ਅਤੇ ਹਰ ਇੱਕ ਬੰਦੇ ਦੀ ਕੀ ਹੁੰਦੀ, ਕਿ ਚੋਇਸ ਹੁੰਦੀ ਹੈ, ਹੈ ਨਾ, ਲਾਈਕ ਹੁੰਦੀ ਹੈ। ਅਤੇ ਜੈਕਸ ਦੀ ਸਪੀਚ ਹੈ, ਇਹਨੂੰ ਆਪਾਂ ਇੱਦਾਂ ਪੜ੍ਹ ਸਕਦੇ ਹਾਂ। ਨੈਕਸਟ ਹੈ ਇਵਲ ਦੈਟ ਮੈਨ ਡੂ ਲਿਵਸ ਆਫਟਰ ਦੈਮ ਦ ਗੋਡ ਆਫ ਆਫਟ ਐਂਟਰਡ ਵਿਦ ਦੇਅਰ ਬੋਨਸ। ਹੁਣ ਦੇਖੋ ਬੋਨਸ ਅਸੀਂ ਪਿੱਛੇ ਵੀ ਪੜ੍ਹਿਆ ਸੀਗਾ, ਠੀਕ ਹੈ, ਵਿਦ ਦੇਅਰ ਬੋਨ। ਉਹ ਕਹਿੰਦਾ ਮੂਵ ਮਾਈ ਬੋਨ, ਕਸਟ ਆ ਗਿਆ ਤਾਂ ਸ਼ੇਕਸਪੀਅਰ ਦੀ ਗ੍ਰੇਵ ਵੱਲ ਜਾਣਾ। ਅਗਰ ਉਹਦੇ ਵਿੱਚ ਕੋਈ ਬੋਨ ਦੇ ਵਿੱਚ ਬੁਰਾਈ ਆ ਗਈ ਨਾ, ਬੁਰਾਈ ਆ ਗਈ ਬੋਨਸ ਦੇ ਵਿੱਚ, ਠੀਕ ਹੈ, ਤਾਂ ਫਿਰ ਅਸੀਂ ਜੂਲੀਅਸ ਸੀਜ਼ਰ ਵੱਲ ਜਾਵਾਂਗੇ, ਕਿਉਂਕਿ ਜੂਲੀਅਸ ਸੀਜ਼ਰ ਦੇ ਵੱਲ ਜਾਣਾ ਹੈ, ਠੀਕ ਹੈ। ਹੁਣ ਇਹਦੇ ਵਿੱਚ ਇੱਥੇ ਕਨਫਿਊਜ਼ ਨਹੀਂ ਹੋਣਾ, ਮੈਂ ਦੁਬਾਰਾ ਦੱਸ ਦਿੰਦੀ ਹਾਂ ਕਿ ਅਗਰ ਕਸਟ ਆ ਜੇ ਬੋਨਸ ਦੇ ਨਾਲ ਤਾਂ ਫਿਰ ਅਸੀਂ ਸ਼ੇਕਸਪੀਅਰ ਦੀ ਗ੍ਰੇਵ ਵੱਲ ਜਾਵਾਂਗੇ, ਠੀਕ ਹੈ। ਕਿਉਂਕਿ ਗ੍ਰੇਵ 'ਚ ਬੋਨਸ ਹੁੰਦੀਆਂ ਨੇ, ਉਹਦਾ ਉੱਪਰ ਕੀ ਹੁੰਦੀ, ਇੱਕ ਮਿੱਟੀ ਪਾ ਕੇ ਇੱਕ ਗ੍ਰੇਵ ਤਿਆਰ ਕੀਤੀ ਜਾਂਦੀ, ਕਸਟ, ਹੈ ਨਾ। ਕਸਟ ਨੂੰ ਅਸੀਂ ਮਤਲਬ ਮੰਨ ਲੈਂਦੇ ਹਾਂ ਇੱਕ ਸੋਇਲ ਮੰਨ ਲੈਂਦੇ ਹਾਂ ਕਿ ਇੱਕ ਮਿੱਟੀ ਪਾ ਕੇ ਕਸਟ ਉਹਦੀ ਇੱਕ ਬਣਾਈ ਜਾਂਦੀ ਹੈ ਨਾ, ਫਿਰ ਗ੍ਰੇਵ ਬਣਦੀ ਹੈ ਨਾ। ਤਾਂ ਇਹ ਹੋ ਗਿਆ, ਠੀਕ ਹੈ। ਇਹਦੇ ਵਿੱਚ ਉਹਨਾਂ ਨੇ ਕੀ ਕਿਹਾ ਹੈਗਾ, ਦਾ ਈਵਲ ਦਾ ਮੈਨ ਟੂ ਲਿਵਸ ਆਫਟਰ ਦੈਮ ਦ ਗੁੱਡ ਆਫਟਰ ਵਿਦ ਦ ਬੋਨਸ। ਬੋਨਸ ਜਿਹੜੀਆਂ ਹੋਣਗੀਆਂ ਉਹ ਇੱਕ ਬੁਰਾਈ ਬਣ ਜਾਏਗੀ, ਅਗਰ ਜਿੱਥੇ ਈਵਲ ਬਣ ਗਈ ਲਿਵਸ ਆਫਟਰ ਦੈਮ ਹੁਣ, ਤਾਂ ਉਹ ਜੂਲੀਅਸ ਸੀਜ਼ਰ ਹੋ ਜਾਏਗੀ, ਠੀਕ ਹੈ। ਨੈਕਸਟ ਹੈ ਸਮ ਆਰ ਬੋਰਨ ਗ੍ਰੇਟ, ਸਮ ਅਚੀਵ ਗ੍ਰੇਟਨੈਸ, ਸਮ ਹੈਵ ਗ੍ਰੇਟਨੈਸ ਥਰਸਟ ਟੂ ਅਪੋਨ ਦੈਮ, ਥਰਸਟ ਅਪੋਨ ਦੈਮ। ਇਹ 12th ਨਾਈਟ 'ਚ ਆ ਗਈ, ਠੀਕ ਹੈ। ਦੇਖੋ ਸਮ ਆਰ ਬੋਰਨ ਗ੍ਰੇਟ, ਕਹਿੰਦੇ ਗ੍ਰੇਟ, ਸਮ ਗ੍ਰੇਟਨੈਸ ਥਰਸਟ ਅਪੋਨ ਦੈਮ, ਠੀਕ ਹੈ। ਤਾਂ ਇਹ ਸਾਰੀਆਂ ਗ੍ਰੇਟ ਵਾਲਾ ਜਿਹੜਾ ਆਏਗਾ ਨਾ ਉਹ ਕਿਹਦੇ 'ਚ ਆਏਗਾ, ਗ੍ਰੇਟ ਕੀ ਹੁੰਦੀ ਹੈ, ਨਾਈਟ ਹੀ ਹੁੰਦੀ ਹੈ। 12th ਨਾਈਟ ਨੂੰ ਅਸੀਂ ਗ੍ਰੇਟ ਹੀ ਮੰਨਦੇ ਹਾਂ ਨਾ। ਤਾਂ ਕਹਿੰਦੇ ਰਾਤ ਨੂੰ ਜਿਹੜੇ ਕਹਿੰਦੇ ਕਈ ਵਾਰ ਕੀ ਅਸੀਂ ਇੱਦਾਂ ਕਰ ਲੈਂਦੇ ਕਿ ਰਾਤ ਨੂੰ ਜਿਹੜੇ ਬੱਚੇ ਬੋਰਨ ਹੁੰਦੇ ਨੇ ਨਾ ਉਹ ਜ਼ਿਆਦਾਤਰ ਕੀ ਹੁੰਦੇ ਨੇ, ਗ੍ਰੇਟ ਹੁੰਦੇ ਨੇ, ਸਾਨੂੰ ਮਤਲਬ ਗ੍ਰੇਟਨੈਸ ਹੀ ਹੁੰਦੀ ਉਹਦੇ ਵਿੱਚ, ਠੀਕ ਹੈ, ਉਹਨਾਂ 'ਚ। ਤਾਂ ਮਤਲਬ ਇਸ ਤਰ੍ਹਾਂ ਅਸੀਂ ਇਹਨੂੰ ਯਾਦ ਕਰ ਲੈਣਾ। ਨੈਕਸਟ ਹੈ ਆਲ ਦਾ ਪਰਫਿਊਮਸ ਆਫ ਅਰੇਬੀਅਨ ਕਾਂਟ ਸਵੀਟਨ ਦਿਸ ਲਾਈਟਲ ਹੈਂਡ। ਦੇਖੋ ਸਾਰੇ ਪਰਫਿਊਮ ਜਿਹੜੇ ਦੁਨੀਆ ਦੇ ਜਿੰਨੇ ਵੀ ਪਰਫਿਊਮ ਨੇ ਨਾ, ਕਹਿੰਦੇ ਹੱਥਾਂ ਦੀ ਜਿਹੜੀ ਖੂਨ ਸੇ ਰੰਗੇ ਹੋਏ ਹੱਥ ਹੈ ਨਾ, ਮੈਕਬੈਥ ਦੇ ਵਿੱਚ ਕੌਣ, ਲੇਡੀ ਮੈਕਬੈਥ ਕਹਿੰਦੀ ਇਹ ਕੋਟੇਸ਼ਨ, ਕਿ ਇਸ ਦੀ ਕੋਟੇਸ਼ਨ ਹੈ ਲੇਡੀ ਮੈਕਬੈਥ, ਬੈਥ ਦੇ ਵਿੱਚ ਲੇਡੀ ਮੈਕਬੈਥ ਕਹਿੰਦੀ ਇਹ ਕਿ ਆਲ ਦਾ ਪਰਫਿਊਮਸ ਆ, ਕਿ ਉਹਦੀ ਜਿਹੜੀ ਹੱਥਾਂ ਦੀ ਜਿਹੜੀ ਬੁਰਾਈ ਹੈ ਜਾਂ ਉਹਦੇ ਹੱਥਾਂ ਦੇ ਜਿਹੜੇ ਹੱਥਾਂ ਨਾਲ ਜਿਹੜੇ ਹੱਥ ਨੇ ਖੂਨ ਨਾਲ ਰੰਗੇ ਹੋਏ ਨੇ, ਉਹ ਕਹਿੰਦੇ ਦੁਨੀਆ ਦਾ ਕੋਈ ਵੀ ਪਰਫਿਊਮ ਹੈ ਨਾ ਜਿਹੜਾ ਉਹ ਉਸ ਨੂੰ ਹਟਾ ਨਹੀਂ ਸਕਦਾ, ਖ਼ਤਮ ਨਹੀਂ ਕਰ ਸਕਦਾ, ਠੀਕ ਹੈ। ਔਰ ਇਹਦੇ ਵਿੱਚ ਇੱਕ ਕੀਤੀ ਗਈ ਹੈ, ਇਹਦੇ ਵਿੱਚ ਨਾ ਇੱਕ ਲਿਟਰੇਰੀ ਟਰਮ ਵੀ ਯੂਜ਼ ਕੀਤੀ ਗਈ, ਇਹ ਬਹੁਤ ਇੰਪੋਰਟੈਂਟ ਹੈ। ਅਤੇ ਇਹਦੇ ਵਿੱਚ ਲਿਟਰੇਰੀ ਟਰਮ ਕਿਹੜੀ ਯੂਜ਼ ਕੀਤੀ ਗਈ ਹੈ, ਪਰਸੋਨੀਫਿਕੇਸ਼ਨ। ਕੀ ਕੀਤੀ ਗਈ ਹੈ, ਪਰਸੋਨੀਫਿਕੇਸ਼ਨ, ਇਹਨੂੰ ਪਰਸੋਨੀਫਾਈ ਕੀਤਾ ਗਿਆ, ਠੀਕ ਹੈ। ਨਹੀਂ ਪਰਸੋਨੀਫਾਈ ਨਹੀਂ, ਹਾਈਪਰਬਲੀ ਕੀਤਾ ਗਿਆ। ਹਾਈਪਰਬਲੀ ਦੇ ਵਿੱਚ ਇਹਨੂੰ ਰੱਖਿਆ ਗਿਆ ਹੈਗਾ ਕਿ ਦੁਨੀਆ ਦਾ ਕੋਈ ਵੀ ਇੱਦਾਂ ਕਿੱਦਾਂ ਹੋ ਸਕਦਾ, ਇੱਦਾਂ ਤਾਂ ਨਹੀਂ ਹੋ ਸਕਦਾ ਨਾ। ਦੇਖੋ ਹਾਈਪਰਬਲੀ ਕੀ ਹੁੰਦੀ ਹੈ, ਓਵਰ ਸਟੇਟਮੈਂਟ, ਕਿਸੇ ਗੱਲ ਨੂੰ ਵਧਾ ਚੜ੍ਹਾ ਕੇ ਕਹਿਣਾ। ਕਹਿੰਦੇ ਦੁਨੀਆ ਦਾ ਕੋਈ ਵੀ ਸਾਰੇ ਪਰਫਿਊਮ, ਆਲ ਪਰਫਿਊਮ, ਇਹ ਕਾਂਟ ਪੋਸੀਬਲ ਕਿ ਦੁਨੀਆ ਦਾ ਕੋਈ ਵੀ ਪਰਫਿਊਮ, ਕਹਿੰਦੇ ਦੁਨੀਆ ਦੇ ਅਗਰ ਤੁਸੀਂ ਕਿੱਥੋਂ ਖਰੀਦ ਲਓਗੇ,
तो ये ओवर स्टेटमेंट है, तो ये आ जाएगी हाइपरबली। ये हाइपरबली स्टेटमेंट है, ठीक है। हाइपरबली मतलब एग्जैजरेट करता है ना, स्टेटमेंट ओवर स्टेटमेंट करता कि ਤੁਸੀਂ ਕਿਵੇਂ ਸਾਰੀ ਦੁਨੀਆ ਦੇ ਪਰਫਿਊਮਸ ਕਿਵੇਂ ਖਰੀਦ ਸਕਦੇ ਹੋ, ਨਹੀਂ ਖਰੀਦ ਸਕਦੇ ਨਾ, ਹੈ ਨਾ, ਨਹੀਂ ਅਸੀਂ ਉਸ ਨੂੰ ਯੂਜ਼ ਕਰ ਸਕਦੇ ਨਾ, ਠੀਕ ਹੈ। ਤਾਂ ਮਤਲਬ ਇਹ ਜਿਹੜੀ ਸਟੇਟਮੈਂਟ ਹੈ ਓਵਰ ਸਟੇਟਮੈਂਟ ਹੈ, ਇਹ ਇਹਦੇ ਵਿੱਚ ਕਿਹੜੀ ਟਰਮ ਯੂਜ਼ ਕੀਤੀ ਗਈ ਹੈ, ਤਾਂ ਉਹ ਕੀਤੀ ਗਈ ਆ ਹਾਈਪਰਬਲੀ, ਠੀਕ ਹੈ। ਔਰ ਇਹ ਆਉਂਦੀ ਕਿਹਦੇ ਵਿੱਚ ਹੈ, ਮੈਕਬੈਥ ਦੇ ਵਿੱਚ ਆਉਂਦੀ ਹੈ, ਮੋਸਟ ਇੰਪੋਰਟੈਂਟ ਹੈ। ਨੈਕਸਟ ਹੈ he was the man who to all modern and perhaps ancient poet largest and the most comprehensive soul। ਦੇਖੋ ਇਹ ਕੌਣ ਕਹਿੰਦਾ ਹੈ, ਸ਼ੇਕਸਪੀਅਰ ਨੂੰ, ਤਾਂ ਡਰਾਈਡਨ ਕਹਿੰਦਾ ਇਹ, ਠੀਕ ਹੈ। ਦੇਖੋ ਉਹ ਕਹਿੰਦਾ ਡਰਾਈਡਨ ਕੀ ਕਹਿੰਦਾ, ਕਹਿੰਦਾ ਜਿਹੜਾ ਡਰਾਈ ਮੈਨ ਹੋਏਗਾ ਨਾ, ਜਿਹੜਾ ਸੁੱਕਿਆ ਬੰਦਾ ਹੋਏਗਾ, ਉਹਨੂੰ ਸਾਰੇ ਜ਼ਮਾਨੇ ਦਾ ਪਤਾ ਹੁੰਦਾ ਹੈ, ਠੀਕ ਹੈ। ਪੁਰਾਣਾ ਕੌਣ ਸੀ, ਕਿਹੜਾ ਚੰਗਾ ਸੀ, ਕਿਹੜਾ ਮਾੜਾ ਸੀ, ਉਹਨੂੰ ਸਾਰਾ ਪਤਾ ਹੁੰਦਾ ਹੈ, ਠੀਕ ਹੈ। ਜਿਹੜਾ ਪੂਰਾ ਹੰਢਿਆ ਬੰਦਾ ਹੁੰਦਾ ਨਾ, ਉਹਨੂੰ ਸਾਰਾ ਪਤਾ ਹੁੰਦਾ, ਮਤਲਬ ਡਰਾਈਡਨ ਲੈ ਲੈਂਦੇ ਡਰਾਈ, ਕਿਉਂਕਿ ਅਸੀਂ ਡਰਾਈ ਕਦੋਂ ਹੁੰਦੇ ਹਾਂ, ਜਦੋਂ ਅਸੀਂ ਓਲਡ ਏਜ ਦੇ ਵਿੱਚ ਚਲੇ ਜਾਂਦੇ ਹਾਂ, ਠੀਕ ਹੈ। ਆਪਣੇ ਆਪ ਨੂੰ ਓਲਡ ਏਜ ਦੇ ਵਿੱਚ ਜਦੋਂ ਚਲੇ ਜਾਂਦੇ ਹਾਂ ਤਾਂ ਉਦੋਂ ਅਸੀਂ ਆਪਣੇ ਆਪ ਨੂੰ ਕੀ ਡਰਾਈ ਮਹਿਸੂਸ ਕਰਨ ਲੱਗ ਜਾਂਦੇ ਹਾਂ ਨਾ, ਠੀਕ ਹੈ। ਤਾਂ ਡਰਾਈਡਨ ਕਿਹਨੂੰ ਕਹਿੰਦਾ, ਸ਼ੇਕਸਪੀਅਰ ਨੂੰ ਕਹਿੰਦਾ ਵੀ ਹੀ ਵਾਜ਼ ਦਾ ਮੈਨ, ਇੱਕ ਅਜਿਹਾ ਬੰਦਾ ਹੈ ਕਿ ਹੂ ਆਰ ਆਲ ਮਾਡਰਨ ਪਰਹੈਪਸ ਏਂਸ਼ੀਅੰਟ ਪੋਇਟ ਹੈਡ ਲਾਰਜੈਸਟ, ਦਾ ਮਤਲਬ ਇਹਨੂੰ ਅਸੀਂ ਇੱਕ ਤਰ੍ਹਾਂ ਕੋਰਿਲੇਟ ਕੀਤਾ ਸੀਗਾ ਕਿ ਓਲਡ ਮੈਨ ਹੈ ਜਿਹੜਾ, ਉਹਨੂੰ ਸਾਰੇ ਜ਼ਮਾਨੇ ਦਾ ਪਤਾ ਹੁੰਦਾ ਅੱਜ ਤੱਕ, ਚਾਹੇ ਉਹ ਪੁਰਾਣਾ 'ਚ ਵੀ ਪੁਰਾਣੇ ਜ਼ਮਾਨੇ ਦਾ ਪਤਾ ਹੁੰਦਾ, ਉਹਨੂੰ ਸਭ ਤੋਂ ਜ਼ਿਆਦਾ ਮਤਲਬ ਲਾਰਜੈਸਟ ਕੰਪਰੈਂਸਿਵ ਸੋਲ ਹੈ ਨਾ, ਹਰੇਕ ਚੀਜ਼ ਦਾ ਪਤਾ ਹੁੰਦਾ ਹੈ। ਤਾਂ ਮਤਲਬ ਇਸਨੂੰ ਅਸੀਂ ਇਸ ਤਰ੍ਹਾਂ ਕੀਤਾ, ਇਹਦਾ ਮੀਨਿੰਗ ਹੈ ਜਿਹੜਾ ਇਸ ਕੋਟੇਸ਼ਨ ਦਾ ਉਹ ਹੋਰ ਹੈ, ਕਿਤੇ ਨਾ ਸਮਝ ਲਓ ਕਿ ਇਹਦਾ ਇਹੀ ਹੈ, ਠੀਕ ਹੈ। ਇਹਦਾ ਮਤਲਬ ਜੇ ਅਸੀਂ ਆਪਾਂ ਇਹਨੂੰ ਮਤਲਬ ਕੀਤਾ ਹੈ, ਰਿਲੇਟ ਕੀਤਾ ਹੈ ਕੋਡ ਵਰਡਸ ਦੇ ਨਾਲ, ਠੀਕ ਹੈ। ਨੈਕਸਟ ਹੈ ਸਾਡੇ ਕੋਲ ਨੈਕਸਟ ਹੈਗਾ ਗਾ, ਸਾਡੀ ਨੈਕਸਟ ਕੋਟੇਸ਼ਨ ਆ, ਹਾਂ, ਦੇਅਰ ਇਜ਼ ਨਥਿੰਗ ਈਦਰ ਗੁੱਡ ਔਰ ਬੈਡ ਬਟ ਥਿੰਕਿੰਗ ਮੇਕ ਇਟ ਸੋ। ਇਹ ਵੀ ਕੋਟੇਸ਼ਨ ਦੇ ਵਿੱਚ ਕਹਿੰਦੇ ਕੁਛ ਵੀ ਚੰਗਾ ਬੁਰਾ ਨਹੀਂ ਹੁੰਦਾ, ਬਸ ਸਾਡੀ ਸੋਚ ਹੀ ਸਾਨੂੰ ਉਸ ਚੀਜ਼ ਨੂੰ ਕੀ ਬਣਾ ਦਿੰਦੀ ਹੈ, ਚੰਗਾ ਜਾਂ ਬੁਰਾ ਬਣਾਉਂਦੀ ਹੈ। ਜੇ ਅਸੀਂ ਚੰਗਾ ਸੋਚਦੇ ਹਾਂ ਤਾਂ ਚੰਗਾ ਸੋਚ ਲੈਂਦੇ ਹਾਂ, ਜੇ ਅਸੀਂ ਬੁਰਾ ਉਸ ਨੂੰ ਦੇਖਿਆ ਅਸੀਂ ਬੁਰਾ ਸੋਚਣ, ਸਾਡੇ ਥੋਟਸ ਆ ਜਿਹੜਾ ਉਸ ਚੀਜ਼ ਨੂੰ ਬੁਰਾ ਬੋਲਣ ਲੱਗ ਜਾਂਦੇ ਨੇ, ਠੀਕ ਹੈ। ਤਾਂ ਮਤਲਬ ਇਹ ਸਾਡੇ ਸਿਰਫ ਮਾਇੰਡ ਦੀ ਗੇਮ ਹੈ, ਠੀਕ ਹੈ, ਸਾਡੇ ਥੋਟਸ ਦੀ ਗੇਮ ਹੈ ਕਿ ਅਸੀਂ ਜੋ ਦੇਖਿਆ ਆਈਜ਼ ਦੇ ਨਾਲ, ਉਹ ਅਸੀਂ ਮਾਇੰਡ ਦੇ ਨਾਲ ਜਨਰੇਟ ਕਰਨਾ ਸਟਾਰਟ ਕਰਤਾ, ਠੀਕ ਹੈ। ਇਹ ਸੀਗਾ ਇਹਦੇ ਵਿੱਚ, ਤਾਂ ਇਹ ਹੈਮਲੇਟ ਕਹਿੰਦਾ ਹੈ, ਠੀਕ ਹੈ। ਹੈਮਲੇਟ ਦੀਆਂ ਬਹੁਤ ਸਾਰੀਆਂ ਕੋਟੇਸ਼ਨਸ ਨੇ। ਹੈਮਲੇਟ ਵੈਰੀ ਫੇਮਸ ਪਲੇ ਸੀ ਸ਼ੇਕਸਪੀਅਰ ਦਾ, ਕਹਿੰਦੇ ਫਸਟ ਵੀ ਸੀ, ਠੀਕ ਹੈ, ਲਾਸਟ ਨਹੀਂ ਲਾਰਜੈਸਟ ਵੀ ਸੀ, ਠੀਕ ਹੈ, ਲਾਰਜੈਸਟ ਵੀ ਸੀ ਅਤੇ ਫੇਮਸ ਵੀ ਸੀ, ਠੀਕ ਹੈ। ਤਾਂ ਇਹਦੇ ਵਿੱਚ ਕੋਟੇਸ਼ਨਸ ਨੇ ਜਿਹੜੀਆਂ ਕਰੈਕਟਰਸ ਨੇ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੇ ਨੇ ਅਤੇ ਆਉਂਦੇ ਨੇ, ਠੀਕ ਹੈ। ਦੇਅਰ ਇਜ਼ ਨਥਿੰਗ ਈਦਰ ਗੁੱਡ ਔਰ ਬੈਡ ਬਟ ਥਿੰਕਿੰਗ ਮੇਕ ਇਟ ਸੋ, ਕਹਿੰਦੇ ਕੁਛ ਵੀ ਚੰਗਾ ਬੁਰਾ ਨਹੀਂ ਹੁੰਦਾ, ਬਸ ਸਾਡੀ ਸੋਚ ਹੀ ਜਿਹੜੀ ਉਸਨੂੰ ਚੰਗਾ ਬੁਰਾ ਬਣਾ ਦਿੰਦੀ ਹੈ। ਤਾਂ ਹੈਮਲੇਟ ਇਹ ਕਹਿੰਦਾ, ਠੀਕ ਹੈ। ਜੇ ਉਹਨੇ ਦੇਖਿਆ ਸੀਗਾ ਆਪਣੇ ਚਾਚੇ ਨੂੰ ਕਿ ਉਹਨੇ ਮੇਰੇ ਫਾਦਰ ਨੂੰ, ਪਰ ਉਹ ਕੀ ਅਗਰ ਇਹ ਸੋਚਦਾ, ਪਰ ਉਹ ਸੋਚਦਾ ਤਾਂ ਹੈ ਮਰਡਰ ਦਾ ਕਰਨ ਦਾ, ਕਿ ਮੈਂ ਆਪਣੇ ਫਾਦਰ ਨੂੰ ਸਜ਼ਾ ਦੇਵਾਂ, ਆਪਣੇ ਚਾਚੇ ਨੂੰ ਆਪਣੇ ਫਾਦਰ ਦੀ ਡੈਥ ਦੀ ਸਜ਼ਾ ਦੇਵਾਂ, ਪਰ ਉਹ ਕਰ ਨਹੀਂ ਪਾਉਂਦਾ, ਹੈ ਨਾ। ਜਿਵੇਂ ਹੁਣ ਇੱਕ ਜਗ੍ਹਾ 'ਤੇ ਉਹ ਕਹਿੰਦੇ ਨਹੀਂ, ਉਹ ਕਹਿੰਦਾ ਵੀ ਟੂ ਬੀ ਔਰ ਨੋਟ ਬੀ, ਕਰਾਂ ਕਿ ਨਾ ਕਰਾਂ, ਹੈ ਇੱਕ ਡਿਲੇਡ ਐਕਸ਼ਨ ਲੈ ਰਿਹਾ, ਇੱਕ ਨੋਬਲ ਐਕਸ਼ਨ ਲੈ ਰਿਹਾ, ਉਹਨੂੰ ਸਮਝ ਹੀ ਨਹੀਂ ਆ ਰਿਹਾ ਵੀ ਮੈਂ ਕਰਾਂ ਕਿ ਨਾ, ਹੈ ਨਾ, ਜਦ ਤੱਕ ਉਹਨੂੰ ਪ੍ਰੂਫ ਨਹੀਂ ਮਿਲਦਾ, ਸੱਚ ਨਹੀਂ ਤਾਂ ਇਹਦੇ ਵਿੱਚ ਵੀ ਉਹ ਕਹਿੰਦਾ ਵੀ ਜੇ ਅਗਰ ਮੰਨ ਲਓ ਹੋਇਆ ਤਾਂ ਠੀਕ ਹੈ, ਜੇ ਨਾ ਵੀ ਹੋਇਆ ਤਾਂ ਵੀ ਠੀਕ ਹੈ, ਪਰ ਲਾਸਟ 'ਤੇ ਉਹ ਬਹੁਤ ਐਂਡ 'ਤੇ ਉਹ ਆਪਣੇ ਚਾਚੇ ਨੂੰ ਦੀ ਜਿਹੜੀ ਬਦਲਾ ਲੈਂਦਾ, ਅਤੇ ਫਿਰ ਲਾਸਟ 'ਤੇ ਉਹ ਖੁਦ ਵੀ ਆਪਣੀ ਡੈਥ ਹੋ ਜਾਂਦੀ ਉਹਦੀ, ਹੈਮਲੇਟ ਦੀ, ਠੀਕ ਹੈ। ਤਾਂ ਮਤਲਬ ਉਹਦੇ ਵਿੱਚ ਇਹੀ ਦਿਖਾਇਆ ਗਿਆ ਕਿ ਚੰਗਾ ਜਾਂ ਬੁਰਾ ਸੋਚਣਾ ਕਹਿੰਦੇ ਸਾਡੀ ਸੋਚ ਹੈ, ਇਹ ਹੈਮਲੇਟ ਕਹਿੰਦਾ। ਕਾਵਰਡਸ ਡਾਈ ਮੈਨੀ ਟਾਈਮਸ ਬਿਫੋਰ ਦੇਅਰ ਡੈਥ, ਦਾ ਵਾਇਲੈਂਟ ਨੈਵਰ ਟੇਸਟ ਆਫ ਡੈਥ ਬਟ ਵਨਸ, ਕਹਿੰਦੇ ਜਿਹੜੇ ਕਾਵਰਡਸ ਹੁੰਦੇ ਨੇ ਨਾ, ਕਹਿੰਦੇ ਜਿਹੜੇ ਡਰਪੋਕ ਹੁੰਦੇ ਨੇ, ਕਹਿੰਦੇ ਉਹ ਕਈ ਵਾਰ ਮਰਦੇ ਨੇ, ਠੀਕ ਹੈ। ਅਤੇ ਕਹਿੰਦੇ ਇਸ ਤੋਂ ਚੰਗਾ ਹੈ ਵੀ ਜਿਹੜਾ ਇੱਕ ਵਾਰ ਮਰਿਆ ਬੰਦਾ ਹੁੰਦਾ ਨਾ, ਉਹਦਾ ਇੱਕ ਹੀ ਮਤਲਬ ਅਲੱਗ ਹੀ ਕਹਿ ਲਓ, ਜਿਵੇਂ ਇਹਦੇ ਵਿੱਚ ਉਹਨਾਂ ਨੇ ਕਿਹਾ ਨਾ ਟੇਸਟ ਆਫ ਡੈਥ, ਠੀਕ ਹੈ। ਕਹਿੰਦੇ ਜਿਹੜਾ ਕਹਿੰਦੇ ਰੋਜ਼ ਮਰਨ ਦੀ ਨਾਲੋਂ ਨਾ ਬੰਦਾ ਇੱਕ ਵਾਰ ਮਰਿਆ ਚੰਗਾ ਹੁੰਦਾ ਹੈ। ਆਪਾਂ ਕਹਿ ਦਿੰਦੇ ਹਾਂ ਨਾ ਕਈ ਵਾਰੀ ਕਿ ਇਸ ਨਾਲ ਰੋਜ਼ ਮਰਨ ਨਾਲੋਂ ਹੈ ਨਾ ਕੋਈ ਬੰਦਾ ਇੱਕ ਵਾਰ ਮਰਿਆ ਚੰਗਾ, ਤਾਂ ਉਹ ਚੀਜ਼ ਇਹ ਜੂਲੀਅਸ ਸੀਜ਼ਰ ਦੇ ਵਿੱਚ ਕਹੀ ਜਾਂਦੀ ਹੈ, ਠੀਕ ਹੈ। ਜੂਲੀਅਸ ਸੀਜ਼ਰ ਦੇ ਵਿੱਚ ਜੂਲੀਅਸ ਸੀਜ਼ਰ ਕੀ ਕਹਿੰਦਾ ਹੈ, ਠੀਕ ਹੈ, ਜਦੋਂ ਉਹਨੂੰ ਸਟੈਬ ਕਰਦਾ ਤਾਂ ਉਹ ਲਾਸਟ 'ਤੇ ਤਾਂ ਸਟੈਬ ਕੌਣ ਕਰਦਾ, ਹਾਂਜੀ ਇੱਕ ਕੁਐਸ਼ਨ ਮੈਂ ਇੱਥੋਂ ਪੁੱਛ ਰਹੀ ਹਾਂ ਤੁਹਾਨੂੰ, ਕਿਉਂਕਿ ਮੈਂ ਦੱਸਿਆ ਸੀ ਤੁਹਾਨੂੰ ਲਾਸਟ 'ਤੇ ਸਟੈਬ ਕੌਣ ਕਰਦਾ, ਹਾਂਜੀ ਲਾਸਟ 'ਤੇ ਸਟੈਬ ਕੌਣ ਕਰਦਾ,
फस्ट स्टैप कौन करता है? कास्टा करता है, ठीक है, कास्टा करता है। और लास्ट ते स्टैप कौन करता है? लास्ट ते करता है ब्रूटस। कौन करता है? ब्रूटस, ਜਿਹੜਾ ਉਹਦਾ फ्रेंड ਹੁੰਦਾ है। किस ਦਾ फ्रेंड ਹੁੰਦਾ? जूलीयस ਦਾ, ठीक है, जूलीयस ਦਾ ਕੀ ਹੁੰਦਾ? फ्रेंड ਹੁੰਦਾ है। तो फस्ट स्टैप कौन मारदा है? कास्टा। लास्ट ते मारदा है ब्रूटस, ठीक है। तो फिर उत्थे फिर ब्रूटस जूलीयस है ਜਿਹੜਾ ਉਹ ਕੀ ਬੋਲਦਾ ਉਹਨੂੰ? इट टू ब्रूटस, कि ब्रूटस तू ने भी, ठीक है। ਉਸ ਤੋਂ ਬਾਅਦ ਆ ਜਾਂਦਾ ਹੈਗਾ ਜਿਵੇਂ ਇਹਦੇ ਵਿੱਚ ਉਹਨੂੰ ਕਿ ਕੋਵਰਡ ਚਾਹੀ ਹੈ ਨਾ, ਜੂਲੀਅਸ ਸੀਜ਼ਰ ਫਿਰ ਇਹੀ ਕਹਿੰਦਾ ਵੀ ਰੋਜ਼ ਰੋਜ਼ ਮਰਨ ਨਾਲ ਚੰਗਾ ਕਿ ਇੱਕ ਵਾਰ ਬੰਦਾ ਮਰਿਆ ਚੰਗਾ, ਇਹਦਾ ਮਤਲਬ ਇਹ ਹੈ ਸਿਰਫ। ਨੈਕਸਟ ਅੱਜ ਦਾ ਸਾਡੀ ਲਾਸਟ ਕੋਟੇਸ਼ਨ ਹੈਗੀ ਆ, ਫਰੈਂਡਸ ਰੋਮਨ ਕੰਟਰੀਮੈਨ ਲੈਂਡ ਮੀ ਯੂਰ ਈਅਰਸ। ਇਹ ਵੀ ਜੂਲੀਅਸ ਸੀਜ਼ਰ ਹੀ ਕਹਿੰਦਾ, ਠੀਕ ਹੈ। ਜੂਲੀਅਸ ਸੀਜ਼ਰ ਦੇ ਵਿੱਚ ਸਾਡੀਆਂ 2-3 ਕੋਟੇਸ਼ਨਸ ਆ ਗਈਆਂ ਨੇ, ਇਹ ਵੀ ਜ਼ਿਆਦਾ ਇੰਪੋਰਟੈਂਟ ਨੇ, ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਚਾਹੇ ਇਟ ਟੂ ਬਰੂਟਸ ਤਾਂ ਬਸ ਛੋਟੀ ਜਿਹੀ ਹੈ, ਬਸ ਇਹਦਾ ਤੁਸੀਂ ਐਜ਼ ਇਟ ਇਜ਼ ਇੱਦਾਂ ਹੀ ਯਾਦ ਕਰ ਲੈਣੀ ਇਹਨੂੰ, ਇਹ 'ਚ ਬਾਹਲਾ ਅੱਗੇ ਨਹੀਂ ਜਾਣਾ। ਇੱਕ ਸਾਡੀ ਆਈ ਸੀ ਬੋਨ ਵਾਲੀ, ਜਿਹਦੇ ਵਿੱਚ ਈਵਲ ਦਿਖਾਈ ਹੈ ਹੈ ਨਾ, ਈਵਲ ਦਿਖਾਈ ਹੈ, ਅਤੇ ਜੂਲੀਅਸ ਸੀਜ਼ਰ ਆ ਗਈ। ਔਰ ਇੱਕ ਸੀਗੇ ਕੋਵਰਡਸ ਡਾਈ ਮੈਨ ਮੈਰੀ, ਇਹ ਬਹੁਤ ਜ਼ਿਆਦਾ ਇੰਪੋਰਟੈਂਟ ਨੇ, ਇਹ ਮੋਸਟ ਇੰਪੋਰਟੈਂਟ ਕੋਟੇਸ਼ਨਸ ਨੇ। ਇਹ ਸਾਰੀਆਂ ਹੀ ਜਿੰਨਾ ਵੀ ਮੈਂ ਕਰਵਾ ਰਹੀ ਹਾਂ ਨਾ ਕੋਟੇਸ਼ਨਸ ਤੁਹਾਨੂੰ, ਇਹ ਸਾਰੀਆਂ ਦੀਆਂ ਸਾਰੀਆਂ ਕੀ ਨੇ? ਮੋਸਟ ਇੰਪੋਰਟੈਂਟ ਕੋਟੇਸ਼ਨਸ ਨੇ। ਇਹਨਾਂ ਦੇ ਵਿੱਚੋਂ ਪੱਕਾ ਪੇਪਰ ਆਉਣ ਦੇ ਚਾਂਸਿਸ ਨੇ। ਇਹ ਮਾਸਟਰ ਕੈਡਰ ਇੰਗਲਿਸ਼ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਨੇ, ਠੀਕ ਹੈ। ਇਸ ਲਈ ਮੈਂ ਤੁਹਾਨੂੰ ਕੋਟੇਸ਼ਨਸ ਕਰਵਾਈਆਂ ਨੇ, ਔਰ ਇਸ ਤੋਂ ਉੱਪਰ ਕੋਟੇਸ਼ਨ ਆਪਾਂ ਨੂੰ ਕੋਈ ਨਹੀਂ ਆਏਗੀ। ਹੋ ਸਕਦਾ ਕੋਵਰਡਸ ਵਾਲੀ ਆ ਜਾਏ, ਹੋ ਸਕਦਾ ਆਪਾਂ ਨੂੰ ਫਰੈਂਡਸ ਰੂਮਨ ਵਾਲੀ ਆ ਜਾਏ, ਹੋ ਸਕਦਾ ਆਪਾਂ ਨੂੰ ਆਲ ਦਾ ਵਰਡ ਸਟੇਜ ਆ ਜਾਏ, ਠੀਕ ਹੈ। ਤਾਂ ਮਤਲਬ ਇਹ ਕੋਟੇਸ਼ਨਸ ਜਿਹੜੀਆਂ ਕਿੱਥੋਂ ਆ ਜਾਣਗੀਆਂ? ਹੋ ਸਕਦਾ ਆਪਾਂ ਨੂੰ ਵਰਡ ਸਟੇਜ ਆ ਜਾਏ, ਠੀਕ ਹੈ। ਹੋ ਸਕਦਾ ਆਪਾਂ ਨੂੰ ਆਲ ਪਰਫਿਊਮ ਵਾਲੀ ਆ ਜਾਏ, ਜਾਂ ਸਮਰ ਬੋਰਨ ਵਾਲੀ ਆ ਜਾਏ। ਇਹ ਇੰਨੀਆਂ ਜ਼ਿਆਦਾ ਇੰਪੋਰਟੈਂਟ ਨੇ, ਇਹਨਾਂ ਦੇ ਵਿੱਚੋਂ 5-7 ਜਾਂ ਹੋ ਸਕਦਾ ਆਪਾਂ ਨੂੰ ਮਿਊਜ਼ਿਕ ਵਾਲੀ ਆ ਜਾਏ, ਠੀਕ ਹੈ। ਇਹ ਇੰਨੀਆਂ ਜ਼ਿਆਦਾ ਇੰਪੋਰਟੈਂਟ ਕੋਟੇਸ਼ਨਸ ਨੇ ਕਿ ਆਪਾਂ ਇਹਨਾਂ ਨੂੰ ਇਗਨੋਰ ਨਹੀਂ ਕਰ ਸਕਦੇ, ਠੀਕ ਹੈ। ਸੋ ਅੱਜ ਦਾ ਟੋਪਿਕ ਇਹ ਸੀਗਾ ਸਾਡੇ ਲਈ, ਅਤੇ ਆਈ ਹੋਪ ਕਿ ਤੁਹਾਨੂੰ ਸੈਸ਼ਨ ਚੰਗਾ ਲੱਗਿਆ ਹੋਊਗਾ, ਅਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ। ਇੰਪੋਰਟੈਂਟ ਕੋਟੇਸ਼ਨਸ ਨੇ, ਅਗਰ ਕੋਈ ਗਲਤੀ ਆ ਮਿਸਟੇਕ ਆ ਤਾਂ ਮੈਨੂੰ ਕਮੈਂਟ ਸੈਕਸ਼ਨ ਵੀ ਦੱਸਣਾ, ਔਰ ਕੱਲ੍ਹ ਨੂੰ ਆਪਾਂ ਇਹਦਾ ਰੈਸਟ ਪਾਰਟ ਕਰਾਂਗੇ। ਜਿਹੜਾ ਰਹਿ ਗਿਆ ਕੋਟੇਸ਼ਨਸ ਦਾ, ਕੋਟੇਸ਼ਨਸ ਬਹੁਤ ਸਾਰੀਆਂ ਨੇ, ਪਰ ਆਪਾਂ ਉਹ ਵੀ ਕਰਾਂਗੇ ਜਿਹੜੀਆਂ ਇੰਪੋਰਟੈਂਟ ਨੇ। ਆਈ ਹੋਪ ਕਿ ਤੁਹਾਨੂੰ ਸਮਝ ਆ ਗਈਆਂ ਹੋਣਗੀਆਂ, ਅਤੇ ਫਿਰ ਆਪਾਂ ਇਸਦਾ ਇੱਕ ਟੈਸਟ ਵੀ ਲਾਂਗੇ। ਥੈਂਕ ਯੂ।